दो गल्लां वड्डियां मन्नियां जांदियां कि लीडर दी क्रैडिबिलिटी ते उहदी कमिटमेंट। मेरा ख्याल है ये लीडरां विच दोवें ही नहीं रहियां। जदों लोकां दा लीडर तो भरोसा उठ जे, उहदी कही गल ते कोई विश्वास ना करे, तो फिर उही हाल हुंदा जिहड़ा अकाली दल दा जां कैप्टन अमरिंदर सिंह दा जां तुसीं बादल परिवार दा कहने हो, जो अज हो रहा। ਤੁਸੀਂ देख रहे हो अजीत वैब टीवी ਤੇ मैं ਤੁਹਾਡੇ ਨਾਲ ਜੋਗਿੰਦਰ ਸਿੰਘ। ਅੱਜ ਸਾਡੇ ਨਾਲ ਨੇ ਸਰਦਾਰ ਪਰਮਜੀਤ ਸਿੰਘ ਸਿੱਧਵਾਂ, ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਇੱਕ ਸਿਆਸੀ ਮਾਹਰ ਨੇ, ਕਹਿ ਸਕਦੇ ਹਾਂ। ਪੰਜਾਬ ਦੀ ਸਿਆਸਤ 'ਤੇ ਉਹਨਾਂ ਦੀ ਪਕੜ ਹੈ। ਲੰਬਾ ਸਮਾਂ ਉਹ ਅਕਾਲੀ ਦਲ ਦੇ ਸਲਾਹ ਕਰ ਰਹੇ ਨੇ, ਬਾਦਲ ਸਾਹਿਬ ਦੇ ਸਲਾਹ ਕਰ ਰਹੇ ਨੇ। ਉਸ ਤੋਂ ਬਾਅਦ 10 ਸਾਲ ਸਰਕਾਰ ਚੱਲੀ ਹੈ ਤਾਂ ਸੁਖਬੀਰ ਬਾਦਲ ਦੇ ਵੀ ਸਲਾਹ ਕਰ ਰਹੇ ਨੇ, ਪਰ ਪਿੱਛੇ ਰਹਿ ਕੇ ਉਹ ਸਰਕਾਰਾਂ ਚਲਾਉਂਦੇ ਰਹੇ ਨੇ। ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿੱਧਵਾਂ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਮਿਹਰਬਾਨੀ, ਧੰਨਵਾਦ ਤੁਹਾਡਾ ਵੀ ਸਾਰਿਆਂ ਦਾ, ਔਰ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ, ਔਰ ਅਜੀਤ ਪੜ੍ਹਨ ਵਾਲੇ ਸਾਰੇ ਸਰੋਤਿਆਂ ਦਾ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਧਵਾਂ ਸਾਹਿਬ, ਤੁਸੀਂ ਬੜੀ ਪਕੜ ਰੱਖਦੇ ਹੋ ਪੰਜਾਬ ਦੀ ਸਿਆਸਤ 'ਤੇ। ਅੱਜ ਜਿਹੜਾ ਖਲਾਰਾ ਪਿਆ ਹੋਇਆ, ਕਹਿ ਸਕਦੇ ਹਾਂ ਸਿਆਸਤ 'ਚ, ਦੋ ਵੱਡੇ ਪੰਜਾਬ ਦੇ ਜਿਹੜੇ ਸਿਆਸੀ ਘਰਾਣੇ ਆ, ਕੈਪਟਨ ਸਾਹਿਬ ਜਾਂ ਬਾਦਲ ਸਾਹਿਬ, ਉਹ ਹਾਸ਼ੀਏ 'ਤੇ ਨੇ ਔਰ ਉਹ ਵਾਪਸੀ ਦੀ ਕੋਸ਼ਿਸ਼ ਕਰ ਰਹੇ ਆ। ਚੋਣਾਂ ਨੇੜੇ ਨੇ, ਉੱਧਰੋਂ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਜਿਹੜੀਆਂ ਕਈ ਧਿਰਾਂ ਹੋਰ ਵੀ ਨਵੀਆਂ ਧਿਰਾਂ ਉੱਠ ਖੜੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਇਹ ਤਸਵੀਰ ਨੂੰ ਤੁਸੀਂ ਕਲੀਅਰ ਕਰਦੇ ਹੋ, ਜਾਂ ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਜੀ ਕਿ ਪੁਰਾਣੇ ਜ਼ਮਾਨੇ 'ਚ ਲੰਮੇ ਸਮੇਂ ਤੋਂ ਜਿਹੜੀ ਰਾਜਨੀਤੀ ਆ ਜੀ, ਉਹਦੇ ਵਿੱਚ ਪਾਰਟੀਆਂ ਵੀ ਸਿਧਾਂਤ 'ਤੇ ਚੱਲਦੀਆਂ ਸੀ ਔਰ ਲੀਡਰਸ਼ਿਪ ਵੀ ਬੜੀ ਸਿਧਾਂਤਕ ਹੁੰਦੀ ਸੀ ਜੀ। ਬਹੁਤ ਸਾਰੇ ਹੋਰ ਵੀ ਕਾਰਨ ਇਹਦੇ ਹੈਗੇ ਆ, ਲੇਕਿਨ ਦੋ ਗੱਲਾਂ ਵੱਡੀਆਂ ਮੰਨੀਆਂ ਜਾਂਦੀਆਂ ਕਿ ਲੀਡਰ ਦੀ ਕ੍ਰੈਡੀਬਿਲਿਟੀ ਤੇ ਉਹਦੀ ਕਮਿਟਮੈਂਟ ਜੀ। ਮੇਰਾ ਖਿਆਲ ਹੈ ਇਹ ਲੀਡਰਾਂ ਵਿੱਚ ਦੋਵੇਂ ਹੀ ਨਹੀਂ ਰਹੀਆਂ ਜੀ, ਜਿਸ ਕਰਕੇ ਆਮ ਲੋਕਾਂ ਦਾ ਜਿਹੜਾ ਇਹਦੇ 'ਤੇ ਭਰੋਸਾ ਟੁੱਟਦਾ ਜਾਂਦਾ, ਦਿਨ ਬਾਈ ਦਿਨ ਵੱਧਦਾ ਜਾਂਦਾ। ਜਿਨ੍ਹਾਂ ਪਾਰਟੀਆਂ ਦਾ ਰਵਾਇਤੀਆਂ ਦਾ ਤੁਸੀਂ ਜ਼ਿਕਰ ਕੀਤਾ, ਜਾਂ ਕੋਈ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੋਣਗੇ ਲੀਡਰ, ਸਿਆਸੀ ਲੋਕਾਂ ਨੇ, ਸਿਆਸੀ ਲੀਡਰਾਂ ਨੇ ਇੱਕੋ ਹੀ ਉਹਨਾਂ ਨੇ ਏਮ ਬਣਾ ਲਿਆ ਕਿ ਰਾਜ ਸੱਤਾ ਹਾਸਲ ਕਰਨੀ ਆ, ਉਹ ਕਿਸੇ ਤਰੀਕੇ ਨਾਲ ਹੋਵੇ, ਕਿਵੇਂ ਵੀ ਹੋਵੇ, ਕੋਈ ਹੱਥਕੰਡਾ ਵਰਤਣਾ ਪਵੇ। ਉਹਦੇ ਲਈ ਸਾਰੀਆਂ ਇਹਨਾਂ ਨੇ ਸਿਧਾਂਤ ਛਿੱਕ 'ਤੇ ਟੰਗ ਦਿੱਤੇ। ਨਾ ਕੋਈ ਪੁਰਾਣਾ ਕਲਚਰ ਰਿਹਾ ਪਾਰਟੀਆਂ ਦਾ, ਨਾ ਪਾਰਟੀਆਂ ਦਾ ਕੋਈ ਸਿਧਾਂਤ ਰਿਹਾ, ਅਤੇ ਇਸ ਕਰਕੇ ਜਿਹੜੇ ਲੋਕ ਆ ਉਹਨਾਂ ਦਾ ਲੀਡਰਸ਼ਿਪ ਤੋਂ ਭਰੋਸਾ ਉੱਠ ਗਿਆ। ਜਦੋਂ ਲੋਕਾਂ ਦਾ ਲੀਡਰ ਤੋਂ ਭਰੋਸਾ ਉੱਠ ਜੇ, ਉਹਦੀ ਕਹੀ ਗੱਲ 'ਤੇ ਕੋਈ ਵਿਸ਼ਵਾਸ ਨਾ ਕਰੇ, ਤੇ ਫਿਰ ਉਹੀ ਹਾਲ ਹੁੰਦਾ ਜਿਹੜਾ ਅਕਾਲੀ ਦਲ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਾਂ ਤੁਸੀਂ ਬਾਦਲ ਪਰਿਵਾਰ ਦਾ ਕਹਿੰਦੇ ਹੋ, ਜੋ ਅੱਜ ਹੋ ਰਿਹਾ ਜੀ। ਸਿੱਧਵਾਂ ਸਾਹਿਬ, ਇੱਕ ਹੋਰ ਦੱਸੋ, ਅਕਾਲੀ ਦਲ ਦੇ ਜਿਹੜੇ ਹਾਲਾਤ ਨੇ, ਤੁਸੀਂ ਅਕਾਲੀ ਦਲ 'ਚ ਪਿੱਛੇ ਰਹਿ ਕੇ ਬੜਾ ਲੰਬਾ ਸਮਾਂ ਕੰਮ ਕੀਤਾ। ਆਹ ਇਲੈਕਸ਼ਨ 'ਚ ਬਸਪਾ ਨਾਲ ਸਮਝੌਤਾ ਕਰਕੇ ਉਭਾਰ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਕਿਸ ਤਰ੍ਹਾਂ ਦੇਖਦੇ ਹੋ ਸਕਦਾ ਉਭਾਰ? ਦੇਖੋ, ਇਹਦੀ ਵੀ ਮੈਂ ਸਮਝਦਾ ਮਾੜੀ ਜੀ ਆਪਾਂ ਇਹਦੇ ਪਿੱਛੇ ਝਾਤੀ ਮਾਰੀਏ। ਅਕਾਲੀ ਦਲ ਇੱਕ ਪੰਥਕ, ਕੌਮ ਪ੍ਰਸਤ, ਪੰਜਾਬ ਪੱਖੀ ਅਤੇ ਦੇਸ਼ ਭਗਤ ਜਿਹੜੀ ਇਹ ਪਾਰਟੀ ਸੀ। ਇਹਨਾਂ ਨੇ ਦੇਸ਼ ਲਈ ਪਹਿਲਾਂ ਬੜੀਆਂ ਕੁਰਬਾਨੀਆਂ ਕੀਤੀਆਂ, ਆਜ਼ਾਦੀ ਤੋਂ ਬਾਅਦ ਦੇਸ਼ ਦੀ ਆਜ਼ਾਦੀ ਨੂੰ ਕਾਇਮ ਕਰਨ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ। ਅੰਨ ਪੈਦਾ ਕਰਕੇ ਦੇਸ਼ ਨੂੰ ਭੁੱਖੇ ਮਰਦੇ ਲੋਕਾਂ ਨੂੰ ਜਿਹੜਾ ਅੰਨ ਦੇ ਕੇ ਉਹਨਾਂ ਦਾ ਢਿੱਡ ਭਰਿਆ। ਤੋ ਚੰਗੇ ਕੰਮ ਕਰਨ ਵਾਸਤੇ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਬਣੀਆਂ ਦਿੱਲੀ ਵਿੱਚ, ਉਹਨਾਂ ਨੇ ਇਹਨਾਂ ਨੂੰ ਸ਼ਾਬਾਸ਼ ਦੇਣ ਦੀ ਬਜਾਏ ਸਗੋਂ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ। ਅਕਾਲੀ ਦਲ ਦੇ ਦਿਨ ਇਸ ਕਰਕੇ ਅੱਜ ਇਸ ਸਥਿਤੀ 'ਤੇ ਅਕਾਲੀ ਦਲ ਇਸ ਸਥਾਨ 'ਤੇ ਆ ਗਿਆ ਕਿ ਅਕਾਲੀ ਦਲ ਸੰਘਰਸ਼ਾਂ 'ਚੋਂ ਨਿਕਲੀ ਪਾਰਟੀ ਆ। ਪੰਜਾਬੀ ਸੂਬਾ ਦੀ ਲੜਾਈ ਲੜੀ ਗਈ ਲੰਮਾ ਸਮਾਂ। ਪੰਜਾਬੀ ਸੂਬੇ ਦੀ ਲੜਾਈ ਜਿੱਤਣ ਤੋਂ ਬਾਅਦ, ਸੰਘਰਸ਼ ਤੋਂ ਬਾਅਦ ਸਰਕਾਰ ਬਣੀ। ਜਸਟਿਸ ਗੁਰਨਾਮ ਸਿੰਘ ਬਣੇ, ਸਰਦਾਰ ਲਛਮਣ ਸਿੰਘ ਗਿੱਲ ਬਣੇ, ਫਿਰ ਜਸਟਿਸ ਗੁਰਨਾਮ ਸਿੰਘ ਬਣੇ, ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ। ਉਸ ਤੋਂ ਬਾਅਦ ਸਾਰੇ ਹਿੰਦੁਸਤਾਨ ਵਿੱਚ, ਭਾਰਤ ਵਿੱਚ ਐਮਰਜੈਂਸੀ ਲੱਗ ਗਈ। ਇੰਦਰਾ ਗਾਂਧੀ ਨੇ ਸਾਰੇ ਜਿਹੜੇ ਹੱਕ ਆ ਲੋਕਾਂ ਦੇ, ਉਹ ਨਾਗਰਿਕ ਹੱਕ ਖੋਲ੍ਹੇ। ਫਿਰ ਅਕਾਲੀ ਦਲ ਨੇ ਸੰਘਰਸ਼ ਲੜਿਆ ਐਮਰਜੈਂਸੀ ਦੇ ਖਿਲਾਫ। ਉਹਦੇ ਵਿੱਚ ਸਾਰੇ ਪੰਜਾਬੀਆਂ ਨੇ, ਹਜ਼ਾਰਾਂ ਲੋਕਾਂ ਨੇ ਜੇਲ੍ਹਾਂ ਕੱਟੀਆਂ, ਸਾਰੇ ਪੰਜਾਬੀਆਂ ਨੇ ਜ਼ੋਰ ਲਾਇਆ, ਅਕਾਲੀ ਦਲ ਦਾ ਸਾਥ ਦਿੱਤਾ। ਫਿਰ ਸਰਕਾਰ ਬਣੀ, ਉਸ ਮੂਵਮੈਂਟ 'ਚੋਂ ਨਿਕਲੀ। ਫਿਰ ਸਰਕਾਰ ਟੁੱਟ ਗਈ। 80 ਤੋਂ ਬਾਅਦ ਪੰਜਾਬ ਵਿੱਚ ਮਾੜਾ ਦੌਰ ਸ਼ੁਰੂ ਹੋ ਗਿਆ।
ਇੱਥੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰਤਾ, ਕਿਸੇ ਕੋਈ ਪੁਲਿਸ ਦਾ ਜਿਹੜਾ ਹੈਗਾ ਵਾਲੇ ਮਾਰੇ ਗਏ, ਬੱਸਾਂ 'ਚੋਂ ਕੱਢ ਕੇ ਔਰਤਾਂ, ਬੱਚੇ, ਆਮ ਸਧਾਰਨ ਲੋਕ ਮਾਰੇ ਗਏ। ਕਿਸੇ ਧਿਰ ਦਾ ਬੰਦਾ ਮਾਰਿਆ ਗਿਆ, ਮਾਰੇ ਪੰਜਾਬੀ ਗਏ, ਪੰਜਾਬੀ ਮਾਵਾਂ ਦੇ ਪੁੱਤ ਮਾਰੇ ਗਏ, ਦਰਦ ਪੰਜਾਬ ਨੇ ਹੰਢਾਇਆ। ਔਰ ਸੂਬਾ ਜਿਹੜਾ ਆਰਥਿਕ ਪੱਖੋਂ ਵੀ ਕਮਜ਼ੋਰ ਹੋ ਗਿਆ, ਐਜੂਕੇਸ਼ਨ ਪੱਖੋਂ ਵੀ ਕਮਜ਼ੋਰ ਹੋ ਗਿਆ। ਜਿਹੜੀਆਂ ਮੁੱਢਲੀਆਂ ਸਾਡੀਆਂ ਸੀਗੀਆਂ ਲੋੜਾਂ, ਸਾਡੀਆਂ ਸੀਗੀਆਂ ਜਿਹੜੀਆਂ ਜ਼ਰੂਰਤਾਂ ਸੀ, ਉਹ ਕਮਜ਼ੋਰ ਪੈ ਗਈਆਂ, ਜਿਹਦੇ ਨਾਲ ਕੌਮ ਦਾ ਅਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇੱਥੇ ਫਿਰ 97 ਦੀ ਗੌਰਮੈਂਟ ਤੋਂ ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਲੋਕਾਂ ਨਾਲ ਵਾਅਦਾ ਕੀਤਾ ਕਿ ਇੱਥੇ ਅੱਤਵਾਦ ਕਿਵੇਂ ਆਇਆ, ਲੋਕਾਂ ਦੇ ਨਜਾਇਜ਼ ਪੁੱਤ ਕਿਵੇਂ ਮਾਰੇ ਗਏ, ਅਫਸਰਾਂ ਨੇ ਕਿਵੇਂ ਲੁੱਟ ਮਚਾਈ, ਤਬਾਹੀ ਮਚਾਈ, ਅਸੀਂ ਕਮਿਸ਼ਨ ਬਣਾ ਕੇ ਉਹਦਾ ਜਿਹੜਾ ਹੈਗਾ ਇਨਸਾਫ ਲੋਕਾਂ ਨੂੰ ਦੇਵਾਂਗੇ। ਉਸ ਲਹਿਰ ਵਿੱਚੋਂ 97 ਦੀ ਸਰਕਾਰ ਨਿਕਲੀ। ਜਦੋਂ ਉਹ ਗੱਲਾਂ ਪੂਰੀਆਂ ਨਾ ਕੀਤੀਆਂ ਲੀਡਰਸ਼ਿਪ ਨੇ, ਸਿਰਫ ਰਾਜ ਸੱਤਾ 'ਤੇ ਜਿਹੜਾ ਹੈ ਭੋਗਣ ਵਾਸਤੇ ਬਾਕੀ ਸਭ ਕੁਝ ਵਸਾਰ ਦਿੱਤਾ। DGPO ਲਾਤੇ ਜਿਨ੍ਹਾਂ ਦੇ ਖਿਲਾਫ ਇਨਕੁਆਇਰੀਆਂ ਹੋਣੀਆਂ ਸੀਗੀਆਂ। ਉਦੋਂ ਬਾਅਦ ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਆ ਗਏ 2 ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਾਣੀਆਂ ਦੇ ਜਿਹੜੇ ਹੈਗੇ ਆ ਉਹਦੇ 'ਤੇ ਲੜਾਈ ਲੜੀ, ਲੋਕਾਂ ਨੇ ਉਹਦਾ ਸਾਥ ਦਿੱਤਾ। ਅਤੇ ਜਿਹੜੀਆਂ ਗੱਲਾਂ ਕੈਪਟਨ ਸਾਹਿਬ ਨੇ ਨਾ ਕੀਤੀਆਂ, ਅਕਾਲੀ ਦਲ ਨੇ ਕਿਹਾ ਅਸੀਂ ਜੇ ਕਰ ਦਿਆਂਗੇ, ਤਰੱਕੀ ਕਰ ਦਿਆਂਗੇ, ਉਹ ਪੰਜਾਬੀ ਪਾਰਟੀ ਬਣਾ ਕੇ ਉਹਦੇ ਚੱਲ ਪਿਆ। ਫਿਰ 7 ਦੀ ਗੌਰਮੈਂਟ ਆ ਗਈ। ਫਿਰ 10 ਸਾਲ ਫਿਰ ਉਹੀ ਕੁਛ ਹੋ ਗਿਆ, ਰਾਜ ਸੱਤਾ 'ਚ ਰਹੇ। ਗੁਰੂ ਸਾਹਿਬ ਦਾ ਨਿਰਾਦਰ ਹੋ ਗਿਆ, ਬਰਗਾੜੀ ਕਾਂਡ ਹੋ ਗਿਆ, ਬੇਦੋਸ਼ੇ ਨੌਜਵਾਨ ਜਿਹੜੇ ਮਾਰੇ ਗਏ, ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਗਈ ਬਿਨਾਂ ਕਾਰਨਾਂ ਕਰਕੇ, ਜਿਹਦੇ ਤੋਂ ਅਕਾਲੀ ਦਲ ਦਾ ਜਿਹੜਾ ਬੇਸ ਸੀਗਾ ਉਹ ਪੰਥਕ ਵੋਟ ਵੀ ਅਕਾਲੀ ਦਲ ਤੋਂ ਪਾਸੇ ਚਲੀ ਗਈ ਔਰ ਕਿਸਾਨੀ ਦੀ ਵੋਟ ਵੀ ਅਕਾਲੀ ਦਲ ਤੋਂ ਪਾਸੇ ਚਲੀ ਗਈ, ਜਿਹਦੇ ਕਰਕੇ ਹੌਲੀ ਹੌਲੀ ਪਿੱਛੇ ਆਉਂਦਾ ਆਉਂਦਾ ਅਕਾਲੀ ਦਲ ਅੱਜ ਇਸ ਥਾਂ 'ਤੇ ਆ ਗਿਆ ਕਿ ਨਾ ਤਾਂ ਪੰਥਕ ਵੋਟ ਉਹਨਾਂ ਨਾਲ ਰਹੀ, ਨਾ ਕਿਸਾਨੀ ਵੋਟ ਉਹਨਾਂ ਨਾਲ ਰਹੀ, ਨਾ BJP ਦੀ ਵੋਟ ਉਹਨਾਂ ਨਾਲ ਰਹੀ, ਨਾ ਸਰਸੇ ਵਾਲੇ ਸਾਧ ਦੀ ਵੋਟ ਉਹਨਾਂ ਨਾਲ ਰਹੀ। ਤੋ ਇਹ ਜਿਹੜੀ ਟੈਂਪਰੇਰੀ ਰਾਜ ਸੱਤਾ ਕਰਨ ਵਾਸਤੇ ਸਿਧਾਂਤ ਛੱਡ ਕੇ ਜਿਹੜੀ ਅਕਾਲੀ ਦਲ ਨੇ ਪਾਲਿਸੀ ਅਪਣਾਈ ਸੀ, ਅਕਾਲੀ ਦਲ ਦੀ ਲੀਡਰਸ਼ਿਪ ਨੇ, ਉਹਦੇ ਕਰਕੇ ਇਹ ਨੁਕਸਾਨ ਹੋਇਆ। ਤੇ ਲੋਕਾਂ ਦਾ ਕੋਈ ਕਸੂਰ ਨਹੀਂ, ਅਕਾਲੀ ਦਲ ਦੀ ਲੀਡਰਸ਼ਿਪ ਦਾ ਸਾਰਾ ਕਸੂਰ ਆ। ਸਤਿੰਦਰ ਸਾਹਿਬ ਇੱਕ ਦੱਸੋ, ਖੇਤੀ ਕਾਨੂੰਨ ਜਿਹੜੇ ਵਾਪਸ ਹੋ ਗਏ ਆ, ਉਹ ਤੋਂ ਪਹਿਲਾਂ ਜਿਹੜੇ ਹਾਲਾਤ ਸੀ ਪੰਜਾਬ 'ਚ ਭਾਜਪਾ ਦੇ, ਉਹ ਆਪਾਂ ਸਭ ਜਾਣਦੇ ਹਾਂ। ਹੁਣ ਭਾਜਪਾ ਹਾਈਕਮਾਨ ਪੰਜਾਬ ਚੋਣਾਂ 'ਚ ਇੰਨਾ ਇੰਟਰਸਟ ਲੈ ਰਹੀ ਆ, ਕਈ ਆਗੂਆਂ ਨੂੰ ਵੱਖ-ਵੱਖ ਪਾਰਟੀਆਂ ਦੇ ਨੂੰ ਸ਼ਾਮਲ ਕੀਤਾ ਜਾ ਰਿਹਾ, ਬੜਾ ਇੰਟਰਸਟ ਲਿਆ ਜਾ ਰਿਹਾ ਔਰ ਆਉਣ ਵਾਲੇ ਦਿਨਾਂ 'ਚ ਕਈ ਐਲਾਨ ਵੀ ਹੋਣ ਦੀ ਸੰਭਾਵਨਾ ਪੰਜਾਬ ਦੇ ਪੱਖ 'ਚ ਜਾਂ ਖਾਸ ਕਰ ਸਿੱਖਾਂ ਦੇ ਪੱਖ 'ਚ। ਕਿਸ ਤਰ੍ਹਾਂ ਦੇਖਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸ਼ੁਰੂ ਤੋਂ ਲੈ ਕੇ ਜਦੋਂ ਤੋਂ ਅਕਾਲੀ ਦਲ ਜਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ 1920 ਤੋਂ ਲੈ ਕੇ ਗੁਰਦੁਆਰਾ ਸਾਹਿਬ ਸੁਧਾਰ ਲਹਿਰ ਤੋਂ ਚੱਲੀ, ਜਿਵੇਂ ਜਿਵੇਂ ਉਹ ਲੜਾਈਆਂ ਹੁੰਦੀਆਂ ਰਹੀਆਂ, ਅੱਜ ਜੋ ਹਿੰਦੁਸਤਾਨ ਦੀ ਕੋਈ ਪਾਰਟੀ ਜਾਂ ਨੈਸ਼ਨਲ ਪਾਰਟੀ ਕੁਛ ਕਹੀ ਜਾਵੇ, ਦੇਸ਼ ਦੀ ਆਜ਼ਾਦੀ ਜੇ ਮਿਲੀ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਲੈ ਕੇ ਦਿੱਤੀ, ਪੰਜਾਬੀਆਂ ਨੇ ਲੈ ਕੇ ਦਿੱਤੀ। ਜੀ, ਵੱਡਾ ਰੋਲ। ਹਾਂ, ਕਾਂਗਰਸ ਪਾਰਟੀ ਵੀ ਵੱਡਾ ਰੋਲ ਆ, ਉਹਨੇ ਦੇਸ਼ ਲਈ ਉਦੋਂ ਲੜੀਆਂ, ਸਾਰੀਆਂ ਪਾਰਟੀਆਂ ਲੜੀਆਂ, ਸਾਰੀ ਪਾਰਟੀਆਂ ਦੇ ਲੋਕ ਲੜੇ ਸਾਂਝੇ ਹੋ ਕੇ ਦੇਸ਼ ਆਜ਼ਾਦ ਕਰਾਉਣਾ। ਲੇਕਿਨ ਦੇਸ਼ ਦੀ ਸਾਰੀ ਲੀਡਰਸ਼ਿਪ ਕੋਈ ਮੂਵਮੈਂਟ ਕਰਦੀ ਸੀ, ਫੇਲ ਹੁੰਦੀ ਸੀ। ਜਦੋਂ ਬਾਬਾ ਖੜਕ ਸੋਹਰਾ ਦੇ ਕਹਿਣ 'ਤੇ ਜਾਂ ਉਦੋਂ ਦੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ 5-5 ਦਿਨ ਇਕੱਠ ਲਾਹੌਰ ਵਿੱਚ ਹੋ ਜਾਂਦੇ ਰਹੇ। ਜੀ, ਉਹ ਲੜਾਈ ਲੜਦਿਆਂ ਦੇਸ਼ ਆਜ਼ਾਦ ਹੋਇਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਖੁਦਾ ਜਾਣੇ ਇਹਨਾਂ ਦੇ ਕੰਨ 'ਚ ਕੌਣ ਫੂਕ ਮਾਰ ਗਿਆ ਹੁਕਮਰਾਨਾਂ ਦੇ। ਜਿਵੇਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਦੇ ਮੁਗਲ ਖਿਲਾਫ ਹੁੰਦੇ ਸੀ, ਅੰਗਰੇਜ਼ ਖਿਲਾਫ ਹੁੰਦੇ ਸੀ, ਆਜ਼ਾਦੀ ਤੋਂ ਬਾਅਦ ਰਾਜ ਸੱਤਾ 'ਤੇ ਕਾਬਜ਼ ਹੋਣ ਵਾਲੀ ਜਿਹੜੀ ਕਾਂਗਰਸ ਪਾਰਟੀ ਆ ਉਹ ਵੀ, ਅਤੇ ਵਿਰੋਧੀ ਪਾਰਟੀਆਂ ਵੀ ਇਹ ਪੰਜਾਬ ਵਿਰੋਧੀ ਜਿਹੜੇ ਹੈਗੇ ਆ ਉਹ ਫੈਸਲੇ ਕਰਦੀਆਂ ਰਹੀਆਂ। ਪਤਾ ਨਹੀਂ ਪੰਜਾਬ ਨੂੰ ਕਮਜ਼ੋਰ ਕਰਕੇ ਕਿ ਇਹ ਕਿਵੇਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਕਹਿੰਦੇ ਕੀ ਕਰ ਜਾਵਾਂਗੇ, ਜਦੋਂ ਕਿ ਪੰਜਾਬ ਨੂੰ ਖੁਸ਼ਹਾਲ ਰੱਖਣਾ ਬਹੁਤ ਜ਼ਰੂਰੀ ਆ। ਇੱਕ ਗੱਲ ਮੈਂ ਸਪਸ਼ਟ ਆ ਬਹੁਤ ਇਹਦੇ ਬਾਰੇ, ਪੰਜਾਬ ਨੂੰ ਕਮਜ਼ੋਰ ਕਰਕੇ ਭਾਰਤ ਦੇਸ਼ ਜਿਹੜਾ ਹੈਗਾ ਉਹ ਖੁਸ਼ਹਾਲ ਨਹੀਂ ਹੋ ਸਕਦਾ। ਜਦੋਂ ਪੰਜਾਬ ਤੇ ਪੰਜਾਬੀ ਖੁਸ਼ਹਾਲ ਹੋਣਗੇ, ਦੇਸ਼ ਉਦੋਂ ਹੀ ਖੁਸ਼ਹਾਲ ਹੋਊਗਾ। ਉਹਦਾ ਕਾਰਨ ਹੈ ਕਿ ਸਰਹੱਦਾਂ 'ਤੇ ਸਾਡੇ ਧੀ ਪੁੱਤ ਕੁਰਬਾਨੀਆਂ ਦਿੰਦੇ ਆ। ਕਿਸਾਨੀ ਸਾਡੀ ਜਿਹੜੀ ਹੈਗੀ ਆ ਸਾਰੇ ਹਿੰਦੁਸਤਾਨ ਦਾ ਢਿੱਡ ਭਰਦੀ ਆ। ਇੱਥੋਂ ਦੇ ਮਿਹਨਤੀ ਲੋਕ ਆ, ਜੇ ਬਾਹਰਲੇ ਮੁਲਕਾਂ ਜਾ ਕੇ NRI ਇੱਥੋਂ ਦੀ ਤਰੱਕੀ ਵਿੱਚ ਸਾਰੇ ਯੋਗਦਾਨ ਪਾਉਂਦੇ ਆ ਤਾਂ ਉਹਦੇ 'ਚ ਵੱਡਾ ਯੋਗਦਾਨ ਪੰਜਾਬੀਆਂ ਦਾ। ਹਿੰਦੁਸਤਾਨ ਦੇ ਬਾਹਰਲੇ ਸੂਬਿਆਂ ਵਿੱਚ ਜੇ ਇਕਨੋਮੀ ਨੂੰ ਹੁਲਾਰਾ ਦਿੱਤਾ ਤੇ ਪੰਜਾਬੀਆਂ ਨੇ ਆਪਣੇ ਵੱਡੇ ਵੱਡੇ ਬਿਜ਼ਨਸ ਉਸਾਰ ਕੇ ਦਿੱਤਾ। ਜਿਹੜੇ ਪੰਜਾਬੀ ਆ, ਸਿੱਖ ਆ, ਇਹ ਦੇਸ਼ ਭਗਤ ਆ। ਇਹਨਾਂ ਦੀ ਦੇਸ਼ ਭਗਤੀ ਦੇ ਸਦਾ ਸ਼ੱਕ ਕੀਤਾ ਜਾਂਦਾ ਰਿਹਾ। ਸ਼ਾਇਦ 2 ਕਾਰਨ ਮੈਂ ਸਮਝਦਾ ਵੱਡੇ, ਖੁਦ ਪਰਮੇਸ਼ਰ ਬੜਾ ਬੇਅੰਤ ਆ, ਉਹ ਜਲਵੇ ਵਿਖਾਉਂਦਾ ਰਹਿੰਦਾ, ਆਪਦੀ ਸ਼ਕਤੀ ਵਿਖਾਉਂਦਾ ਰਹਿੰਦਾ। ਇੱਕ ਤਾਂ ਆ ਜਿਹੜਾ ਬਿਮਾਰੀ ਆਈ ਸਾਰੇ ਸੰਸਾਰ ਵਿੱਚ ਜਿਹੜੀ ਸੀਗੀ, ਇਹਨੂੰ ਆਪਾਂ ਕਹਿੰਦੇ ਹਾਂ ਕਰੋਨਾ,
ਉਹਦੇ ਵਿੱਚ ਦੁਨੀਆ ਵਿੱਚ ਸਿੱਖਾਂ ਨੇ ਜੋ ਸੇਵਾ ਭਾਵਨਾ ਦਿਖਾਈ, ਬਿਨਾਂ ਪੱਖਪਾਤ ਤੋਂ, ਬਿਨਾਂ ਜਾਤ ਪਾਤ ਤੋਂ, ਕਿਸੇ ਗੋਚਬੱਧ ਦੇਸ਼ਾਂ ਦੀ ਸਰਦ ਵਰਗੇ, ਉਹਦੇ ਨਾਲ ਸਿੱਖਾਂ ਦਾ, ਪੰਜਾਬੀਆਂ ਦਾ ਸਿਰ ਬਹੁਤ ਮਾਣ ਨਾਲ ਉੱਚਾ ਹੋਇਆ ਦੁਨੀਆ ਵਿੱਚ, ਇੱਜ਼ਤ ਵਧੀ, ਗੁਰੂ ਸਾਹਿਬ ਨੇ ਕਿਰਪਾ ਕੀਤੀ। ਦੂਜਾ, ਕਿਸਾਨੀ ਸੰਘਰਸ਼ ਵਿੱਚ ਜੋ ਪੰਜਾਬੀਆਂ ਨੇ ਮੁੱਢ ਵੱਢਿਆ, ਲਹਿਰਾਂ ਸਦਾ ਇੱਥੋਂ ਹੀ ਉੱਠੀਆਂ, ਜਿਵੇਂ ਮੈਂ ਪਿਛਲੀ ਵਾਰ ਕਹਿਣਾ ਚਾਹੁੰਦਾ ਸੀ। ਫਿਰ ਉਹਦੇ ਮਗਰ ਸਾਰੇ ਭਾਰਤ ਵਾਲੇ ਲੋਕ ਲੱਗੇ ਅਤੇ ਉਹਨੂੰ ਫੜ ਲੱਗਿਆ। ਕਿਸਾਨੀ ਮੂਵਮੈਂਟ ਵੀ ਪੰਜਾਬ ਤੋਂ ਸ਼ੁਰੂ ਹੋਈ, ਹਰਿਆਣੇ ਵਾਲੇ ਆ ਗਏ, ਉੱਤਰਾਖੰਡ ਵਾਲੇ ਆ ਗਏ, ਯੂਪੀ ਵਾਲੇ ਆ ਗਏ, ਰਾਜਸਥਾਨ ਵਾਲੇ ਆ ਗਏ, ਬਾਕੀ ਸਾਰਾ ਹਿੰਦੁਸਤਾਨ ਜਦੋਂ ਇਕੱਠਾ ਹੋ ਕੇ ਚੱਲ ਪਿਆ, ਬੰਗਾਲ ਵਾਲੇ ਆ ਗਏ, ਫਿਰ ਇੱਕ ਸ਼ਕਤੀ ਬਣ ਗਈ, ਮੁੱਢ ਪੰਜਾਬੀਆਂ ਨੇ ਵੱਢਿਆ। ਤਾਂ ਮੇਰਾ ਖਿਆਲ ਹੈ ਬੀਜੇਪੀ ਨੂੰ ਇਹ ਅਹਿਸਾਸ ਹੋ ਗਿਆ ਕਿ ਵਿਰੋਧ, ਜਦੋਂ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਦਾ ਐਡਾ ਵੱਡਾ ਕੱਦ ਸੀ, ਜਦੋਂ ਬਾਹਰ ਵਿਰੋਧ ਹੋਣ ਲੱਗਿਆ ਹਰ ਥਾਂ ਹੀ, ਪਹਿਲਾਂ ਕਿਸਾਨੀ ਕਰਕੇ, ਦੂਜਾ ਕਰਕੇ, ਇਹ ਸਮਝਣ ਲੱਗੇ ਮੇਰਾ ਖਿਆਲ ਕਿ ਇਹਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਗੱਲ ਲੰਮੀ ਹੋ ਜੂਗੀ। ਮੈਂ ਇੱਕ ਵੈਸੇ ਬਹੁਤ ਵਧੀਆ ਉਦਾਹਰਨ ਦੇ ਸਕਦਾ। ਕੋਈ ਮਾਈ ਸੀਗੀ ਪੁਰਾਣੀ, ਉਹਦੇ 2 ਪੁੱਤ ਸੀ, ਇੱਕ ਉਹਦਾ ਸਕਾ ਪੁੱਤ ਸੀ, ਇੱਕ ਉਹਦਾ ਮਤਰੇਆ ਪੁੱਤ ਸੀ। ਮਾਲਕ ਉਹਦਾ ਮੌਤ ਹੋ ਗਈ ਉਹਦੇ ਘਰ ਵਾਲੇ ਦੀ, ਅਤੇ ਮਾਤਾ ਜਿਹੜੀ ਸੀ ਉਹ ਮਤਰੇਈ ਮਾਂ, ਵੱਡਾ ਪੁੱਤ ਜਿਹੜਾ ਮਤਰੇਆ ਪੁੱਤ ਸੀ, ਉਹਦੇ ਨਾਲ ਜੈਲਸ ਕਰਨ ਲੱਗ ਗਈ ਵੀ ਇਹਦੀ ਸਰਦਾਰੀ ਚੱਲਦੀ ਆ, ਇਹਦੀ ਗੱਲਬਾਤ ਚੱਲਦੀ ਆ। ਉਹ ਕਿਸੇ ਸਾਧ ਕੋਲੇ ਚਲੀ ਗਈ, ਜਿਵੇਂ ਅੱਜ ਕੱਲ੍ਹ ਬੀਬੀਆਂ ਸਾਧਾਂ ਕੋਲੇ ਜਾ ਵੜਦੀਆਂ ਕਿ ਬਾਬਾ ਜੀ ਮੈਨੂੰ ਕੋਈ ਗੁਰ ਦੱਸੋ ਕਿ ਮੇਰੇ ਪੁੱਤ ਦੀ ਚੌਧਰ ਹੋਵੇ, ਮੇਰੇ ਮਤਰੇਏ ਪੁੱਤ ਦੀ ਨਾ ਹੋਵੇ। ਤੇ ਬਾਬਾ ਕਹਿੰਦਾ ਵੀ ਬੀਬੀ ਤੈਨੂੰ ਨੁਸਖਾ ਦੱਸ ਦੇਣਾ, ਜਾ ਕੇ ਕਰ ਲਈ। ਉਹ ਕਹਿੰਦਾ ਜਦੋਂ ਸਵੇਰੇ ਉੱਠੇਂਗੀ, ਸੁੱਤੀ ਪਈ ਮੁੰਡਾ ਉੱਠੂਗਾ ਵੱਡਾ, ਵਾਲ ਖਿਲਾਰ ਲਈ, ਰੋਣ ਪਿੱਟਣ ਲੱਗ ਜੀ। ਅਤੇ ਮੁੰਡਾ ਪੁੱਛੂਗਾ ਮਾਤਾ ਕੀ ਗੱਲ ਹੋ ਗਈ? ਤੂੰ ਕਹਿ ਦੇਂਗੀ ਪੁੱਤ ਰਾਤ ਤੇਰੇ ਸੁੱਤੇ ਪਏ ਦੇ ਸੱਪ ਅੰਦਰ ਲੰਘ ਗਿਆ ਮੂੰਹ ਥਾਈ। ਅਤੇ ਮੁੰਡਾ ਤਕੜਾ ਸੀ, ਵੱਡਾ ਜਿਹੜਾ ਮਤਿਆ ਪੁੱਤ ਸੀ, ਵਾਹੀ ਜੋਤਾ ਸਾਰਾ ਕੁਛ ਉਹੀ ਕੰਮ ਕਰਦਾ ਸੀਗਾ। ਬੇਟੇ 'ਤੇ ਮਾਨਸਿਕ ਤੌਰ 'ਤੇ ਅਸਰ ਹੋ ਗਿਆ, ਉਹ ਹੌਲੀ ਹੌਲੀ ਕਮਜ਼ੋਰ ਹੁੰਦਾ ਹੁੰਦਾ ਮੰਜੇ 'ਤੇ ਪੈ ਗਿਆ। ਜਿਹੜਾ ਮਤਿਆ ਪੁੱਤ ਜਿਹਦੀ ਮਾਤਾ ਨੇ ਚੌਧਰ ਬਣਾਉਣੀ ਸੀ, ਉਹ ਜਦੋਂ ਨਹਿਰ ਦਾ ਪਾਣੀ ਵੱਢਣ ਗਿਆ, ਗੁਆਂਢੀਆਂ ਨੇ ਕੁੱਟ ਕੇ ਭੇਜਤਾ ਬਾਹਰ ਵੀ ਭਾਜਾ ਇੱਥੇ ਤੁਹਾਡਾ ਕਿਹੜਾ ਪਾਣੀ, ਜਿੱਧਰ ਜਾਵੇ ਉਹਦੀ ਕੁੱਤੇ ਖਾਣੀ ਹੋਵੇ। ਅਤੇ ਮਾਈ ਨੂੰ ਅਹਿਸਾਸ ਹੋ ਗਿਆ ਵੀ ਮੇਰੇ ਵੱਡੇ ਪੁੱਤ ਕਰਕੇ, ਮਤੇਏ ਪੁੱਤ ਕਰਕੇ ਤਾਂ ਟੌਰ ਸੀ, ਅਤੇ ਮੈਂ ਤਾਂ ਗਲਤ ਗੱਲ ਕਰ ਬੈਠੀ। ਉਹ ਉਸੇ ਸਾਧ ਕੋਲੇ ਫਿਰ ਚਲੀ ਗਈ ਵੀ ਬਾਬਾ ਜੀ ਮੈਂ ਤਾਂ ਗਲਤੀ ਕਰ ਬੈਠੀ, ਤੁਸੀਂ ਤਾਂ ਮੇਰਾ ਪੁੱਤ ਉਹਦੇ ਕਰਕੇ ਹੀ ਸਾਡਾ ਸੀ, ਵੀ ਉਹਨੂੰ ਤੰਦਰੁਸਤ ਕਰੋ। ਉਹ ਕਹਿੰਦਾ ਬੀਬੀ ਦਵਾਈ ਤਾਂ ਉਹੀ ਆ, ਥੋੜ੍ਹੀ ਜਿਹੀ ਬਦਲ ਕੇ ਲੈ ਲਈ। ਹੁਣ ਜਦੋਂ ਸਵੇਰੇ ਸੁੱਤੀ ਪਈ ਉੱਠੇਂਗੀ, ਬਾਲ ਬਾਹ ਕੇ ਖੁਸ਼ ਹੋ ਕੇ ਲੱਡੂ ਵੰਡਦੀ ਫਿਰੀ, ਅਤੇ ਬੇਟਾ ਮੁੰਡਾ ਤੇਰਾ ਪੁੱਛੂਗਾ ਵੀ ਮਾਤਾ ਬੜੀ ਖੁਸ਼ ਹਾਂ, ਕੀ ਗੱਲ ਹੋ ਗਈ? ਕਿ ਤੂੰ ਇਹ ਕਹਿ ਦੀ ਕਿ ਪੁੱਤ ਜਿਹੜਾ ਉਧਰ ਸੱਪ ਅੰਦਰ ਚੱਲਿਆ ਗਿਆ ਸੀ, ਅੱਜ ਬਾਹਰ ਨਿਕਲ ਗਿਆ। ਉਹ ਮੁੰਡਾ ਅੱਜ ਹੋਰ ਕੱਲ੍ਹ ਹੋਰ 15 ਦਿਨ 'ਚ ਉਹਨੇ ਗੁਆਂਢੀਆਂ ਦੇ ਨਾਲ ਦਾ ਪਾਣੀ ਵੱਢ ਲਿਆ, ਆਪਦਾ ਮੰਗ ਲਿਆ ਗੁਆਂਢੀ ਕੁੱਟ ਕੇ, ਨਾਲੇ ਸਾਰੇ ਇਲਾਕੇ 'ਚ ਤੁਰ ਫੇਟੌਰ ਬਣਾ ਲਈ। ਮੈਂ ਇਸ ਕਰਕੇ ਕਹਿਣਾ ਕਿ ਪੰਜਾਬ ਨੂੰ ਮਤਰੇਈ ਮਾਂ ਦਾ ਪੁੱਤ ਸਮਝ ਕੇ ਜੇ ਭਾਰਤ ਦੀਆਂ ਸਰਕਾਰਾਂ ਕਮਜ਼ੋਰ ਕਰਨਗੀਆਂ ਤਾਂ ਉਸ ਮਾਈ ਦੇ ਪੁੱਤ ਵਾਲਾ ਮਤਰੇਈ ਪੁੱਤ ਵਾਲਾ ਹੱਲ ਹੋਊਗਾ। ਜਿੱਦਣ ਇਸ ਪੁੱਤ ਨੂੰ ਕੀਤੇ ਹੋਏ ਕੰਮ ਦੀ ਸ਼ਾਬਾਸ਼ ਦਿਓਗੇ, ਫਿਰ ਦੇਸ਼ ਦੀ ਨਾ ਕੋਈ ਵਿਦੇਸ਼ੀ ਤਾਕਤ ਭਾਰਤ ਵੱਲ ਝਾਕ ਸਕਦੀ ਆ, ਨਾ ਅੰਦਰੂਨੀ ਹਾਲਾਤ, ਨਾ ਦੇਸ਼ ਭੁੱਖਾ ਮਰ ਸਕਦਾ। ਇਹਦੀਆਂ ਸਰਹੱਦਾਂ ਸਦਾ ਮਜ਼ਬੂਤ ਰਹਿਣਗੀਆਂ। ਔਰ ਇਹਦੇ 'ਤੇ ਪੰਜਾਬੀਆਂ ਅਤੇ ਸਿੱਖਾਂ 'ਤੇ ਭਰੋਸਾ ਕਰਕੇ ਭਾਰਤ ਸਰਕਾਰ, ਜੇ ਹੁਣ ਬੀਜੇਪੀ ਪੈਰ ਲਾਉਣਾ ਚਾਹੁੰਦੀ ਹੈ ਇਸ ਗੱਲ ਕਰਕੇ, ਜੇ ਬੀਜੇਪੀ ਪੰਜਾਬੀਆਂ ਦੇ ਮਸਲੇ ਹੱਲ ਕਰ ਦਿੰਦੀ ਆ, ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਅਗਲੇ ਦਿਨ ਵਿੱਚ ਕਰਨ ਵਾਸਤੇ, ਜੇ ਪ੍ਰਧਾਨ ਮੰਤਰੀ ਐਲਾਨ ਕਰ ਦਿੰਦਾ ਕਿ ਚੰਡੀਗੜ੍ਹ ਦਾ ਮਸਲਾ ਅਸੀਂ ਪੰਜਾਬ ਨੂੰ ਦਿੰਦੇ ਹਾਂ ਜੀ, ਪਾਣੀਆਂ ਦਾ ਮਸਲਾ ਅਸੀਂ ਨਿਬੇੜਦੇ ਹਾਂ, ਕਰਜ਼ੇ ਅਸੀਂ ਮਾफ़ ਕਰਦੇ ਹਾਂ ਜੀ, ਕਿਸਾਨਾਂ ਦੇ ਕਰਜ਼ੇ ਅਸੀਂ ਮਾफ़ ਕਰ ਦਿੰਦੇ ਹਾਂ ਜੀ, ਬਾਰਡਰ ਬੈਲਟ ਦਾ ਅਸੀਂ ਕਰਦੇ ਹਾਂ ਜੀ ਕੁਛ ਨਾ ਕੁਛ। ਜਿਹੜੀ ਇੱਥੋਂ ਦੀ ਇੰਡਸਟਰੀ ਮਰ ਗਈ ਵਾਜਪਾਈ ਸਰਕਾਰ ਵੇਲੇ, ਜਦੋਂ ਬਾਹਰਲੀਆਂ ਸਟੇਟਾਂ 'ਚ ਸਹੂਲਤਾਂ ਜ਼ਿਆਦਾ ਦੇਤੀਆਂ, ਪੰਜਾਬ ਨੂੰ ਸਬਸਿਡੀ ਨਾ ਦਿੱਤੀ, ਉਹੀ ਚੀਜ਼ਾਂ ਇਹਨੂੰ ਦੇ ਦੇਣ, ਫਿਰ ਉਸ ਮਾਈ ਦੇ ਮਤਰੇਏ ਪੁੱਤ ਨੂੰ ਦੇ ਦੇਣ, ਫਿਰ ਇਹ ਪੁੱਤ ਫਿਰ ਜਵਾਨ ਹੋ ਜਾਊਗਾ ਅਤੇ ਇਹ ਭਾਰਤ ਨੂੰ ਚੰਦਰਮਾ ਦੀ ਤਰ੍ਹਾਂ ਦੁਨੀਆ 'ਤੇ ਚਮਕਾ ਦੂਗਾ। ਸਿੱਖਾਂ ਅਤੇ ਪੰਜਾਬੀਆਂ ਦਾ ਇਹ ਇਤਿਹਾਸ ਰਿਹਾ। ਬੀਜੇਪੀ ਮੈਂ ਸਮਝਦਾ ਜਾਂ ਤਾਂ ਉਹਨਾਂ ਨੂੰ ਇਸ ਗੱਲ ਦੀ ਆਪ ਸਮਝ ਆ ਗਈ, ਜਾਂ ਉਹਨਾਂ ਨੂੰ ਕਿਸੇ ਸਿਆਣੇ ਨੇ ਸਮਝਾਤਾ ਵੀ ਇਹਨਾਂ ਨੂੰ ਨਾਲ ਲਏ ਬਿਨਾਂ ਨਾ ਤਾਂ ਦੇਸ਼ 'ਚ ਟੱਕੇ ਰਾਜ ਕੀਤਾ ਜਾ ਸਕਦਾ, ਨਾ ਦੁਨੀਆ 'ਚ ਟੌਰ ਬਣ ਸਕਦੀ ਆ। ਮੈਂ ਸਮਝਦਾ ਕਿ ਜੇ ਇਹ ਗੱਲਾਂ ਭਾਰਤੀ ਜਨਤਾ ਪਾਰਟੀ ਕਰਦੀ ਆ, ਫਿਰ ਜਿਹਨੇ ਪੰਜਾਬ ਦੇ ਲੋਕਾਂ ਨੂੰ ਪਾਣੀ ਪਿਆਇਆ, ਪੰਜਾਬ ਦੇ ਜੰਮਿਆਂ ਨੇ ਹਮੇਸ਼ਾ ਉਹਨੂੰ ਦੁੱਧ ਪਿਆਇਆ। ਪੰਜਾਬ ਦੇ ਲੋਕ ਇਸ ਦਾ ਅਹਿਸਾਨ ਨਹੀਂ ਰੱਖਦੇ ਹੁੰਦੇ। ਜੇ ਕਿਸੇ ਨੇ ਜ਼ਿਆਦਤੀ ਕੀਤੀ ਉਹਦਾ ਵੀ ਕਦੇ ਨਹੀਂ ਰੱਖਿਆ, ਜੇ ਕਿਸੇ ਨੇ ਇਹਨਾਂ ਨਾਲ ਦੋਸਤੀ ਦਾ ਹੱਥ ਵਧਾਇਆ ਉਹਦਾ ਵੀ ਇਹਨਾਂ ਨੇ ਕਦੇ ਅਹਿਸਾਨ ਨਹੀਂ ਕੀਤਾ, ਜਿਹੜਾ ਰੱਖਿਆ। ਇਹ ਮੁੱਲ ਮੋੜਦੇ ਆ ਤਰੀਕਾ, ਚਾਹੇ ਦੋਨਾਂ 'ਚੋਂ ਚੁਣ ਲਏ। ਇਹ ਹਕੂਮਤਾਂ ਦੇ ਫੈਸਲੇ ਆ ਉਹਨਾਂ ਨੇ ਕਰਨਾ। ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਜੇ ਸਿੱਖਾਂ
ਪੰਜਾਬੀਆਂ ਵੱਲ ਦੋਸਤੀ ਦਾ ਹੱਥ ਵਧਾਊਗੀ ਅਤੇ ਪੰਜਾਬੀ ਸਿੱਖ ਜਿਹੜੇ ਕਮਲੇ ਨਹੀਂ ਕਿ ਅਸੀਂ ਲੜ ਕੇ ਕੁਰਬਾਨੀਆਂ ਕਰਨੀਆਂ ਚਾਹੀਦੀਆਂ। ਇਹ ਟੇਬਲ 'ਤੇ ਬਹਿ ਕੇ ਕਿਸਾਨ ਜਥੇਬੰਦੀਆਂ ਨੇ ਦਿਖਾਤਾ ਕਿ ਅਸੀਂ ਟੇਬਲਾਂ 'ਤੇ ਬਹਿ ਕੇ ਵੀ ਜਿੱਤ ਸਕਦੇ ਹਾਂ। ਇਵੇਂ ਜਿਹੜੇ ਪੰਜਾਬ ਦੇ ਜਿਹੜੀ ਲੀਡਰਸ਼ਿਪ ਆ ਚੰਗੀ, ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਪੰਜਾਬ। ਇੱਕ ਛੋਟਾ ਜਿਹਾ ਹੋਰ ਸਵਾਲ ਹੈ ਤੁਹਾਡੇ ਜਾਂਦਿਆਂ ਕਾਂਗਰਸ ਨੇ ਬੜੇ ਸੱਤਾ ਬਦਲਣ ਤੋਂ ਬਾਅਦ ਚੰਨੀ ਸਰਕਾਰ ਨੇ ਬੜੇ ਐਲਾਨ ਕਰਤੇ, ਬੜੇ ਦਾਅਵੇ ਕਰਤੇ, ਲੋਕਾਂ 'ਚ ਕਿਸ ਤਰ੍ਹਾਂ ਦੇਖਦੇ ਹੋ ਜਾਂ ਕਾਂਗਰਸ ਦੇ ਹਾਲਾਤ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਸਿਆਸੀ ਉਹ ਰੱਖਦੇ ਹੋ। ਮੈਂ 3 ਗੱਲਾਂ 'ਚ ਤੁਹਾਨੂੰ ਇਸ ਗੱਲ ਦਾ ਸਾਰੀਆਂ ਪਾਰਟੀਆਂ ਦਾ ਮੈਂ ਖਿਲਾ ਜੂ। ਮੇਨ ਪਾਰਟੀਆਂ ਤੇ ਹੁਣ ਤੱਕ 3 ਹੀ ਗਿਣੀ ਜਾਂਦੀਆਂ। ਹੁਣ ਬੀਜੇਪੀ ਕੈਪਟਨ ਜਾਂ ਢੀਂਡਸਾ ਸਾਹਿਬ ਦਾ ਜਿਹੜੀ ਪਾਰਟੀ ਦਾ ਅਲਾਇੰਸ ਹੋਣ ਲੱਗਾ, ਉਹ ਹਲੇ ਪਿਕਚਰ 'ਚ ਆਉਣੀ ਆ। ਅੱਜ 3 ਪਾਰਟੀਆਂ, ਉਹਦੇ ਵਿੱਚ ਸੱਤਾਧਾਰੀ ਕਾਂਗਰਸ ਆ, ਆਪੋਜੀਸ਼ਨ ਦੀ ਪਾਰਟੀ ਆਮ ਆਦਮੀ ਪਾਰਟੀ ਆ ਅਤੇ ਅਕਾਲੀ ਦਲ। ਮੈਂ ਤੁਹਾਨੂੰ ਤਿੰਨਾਂ ਦੀ ਇੱਕ ਮਿਸਾਲ ਦੇ ਵਿੱਚ ਹੀ ਜਿਹੜਾ ਹੈਗਾ ਉਹ ਆਪਦੀ ਜਿਹੜੀ ਭਾਵਨਾ ਮੈਂ ਦੱਸਦਾ, ਜੋ ਮੈਂ ਮਹਿਸੂਸ ਕਰਦਾ। ਮੰਨ ਲਓ ਅਕਾਲੀ ਦਲ ਹੈ, ਉਹਦੀ ਰੇਲ ਗੱਡੀ ਜਗਰਾਉਂ ਦੇ ਰੇਲਵੇ ਸਟੇਸ਼ਨ 'ਤੇ ਖੜੀ ਆ, ਉਹਦੇ ਮੂਹਰੇ ਇੰਜਣ ਵੀ ਹੈਗਾ, ਉਹਦੇ ਵਿੱਚ ਉਹਦੇ ਮਗਰ ਡੱਬੇ ਲੱਗੇ ਹੋਏ ਆ, ਲੇਕਿਨ ਸਵਾਰੀਆਂ ਹੈ ਨਹੀਂ ਵਿੱਚ ਬਹਿਣ ਨੂੰ। ਇਸੇ ਤਰ੍ਹਾਂ ਆਪ ਆ, ਉਹ ਵੀ ਟ੍ਰੇਨ ਜਗਰਾਉਂ ਦੇ ਪਲੇਟਫਾਰਮ 'ਤੇ ਖੜੀ ਆ, ਉਹਦੇ ਕੋਲੇ ਡੱਬੇ ਹੈਗੇ ਆ, ਵਿੱਚ ਸਵਾਰੀਆਂ ਹੈਗੀਆਂ, ਮੂਹਰੇ ਇੰਜਣ ਹੈ ਨਹੀਂ ਵੀ ਲੈ ਕੇ ਕਿੱਧਰ ਨੂੰ ਜਾਣਾ। ਕਾਂਗਰਸ ਪਾਰਟੀ ਜੋ ਅੱਜ ਦੀ ਨਿਰਪੱਖ ਮੈਂ ਰਾਏ ਸੋਚਦਾ ਹੈਗਾ, ਕਾਂਗਰਸ ਪਾਰਟੀ ਦੀ ਵੀ ਰੇਲ ਜਗਰਾਉਂ ਦੇ ਸਮਝ ਲਓ ਪਲੇਟਫਾਰਮ 'ਤੇ ਖੜੀ ਆ, ਉਹਦੇ ਕੋਲ ਡੱਬੇ ਵੀ ਹੈਗੇ ਆ, ਸਵਾਰੀਆਂ ਵੀ ਹੈਗੀਆਂ। ਉਹਨਾਂ ਨੇ ਇੰਜਣ 2 ਜੋੜ ਲਏ, ਇੱਕ ਗਾਂਹ ਨੂੰ ਖਿੱਚਦਾ, ਇੱਕ ਮਗਰ ਨੂੰ ਖਿੱਚਦਾ, ਖੜੀਆਂ ਤਿੰਨੇ ਹੀ ਜਗਰਾਵਾਂ ਦੇ ਰੇਲਵੇ ਸਟੇਸ਼ਨ 'ਤੇ ਆ। ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਇੱਕ ਸੁਰ ਹੋ ਕੇ ਕੌਣ ਚੱਲਦਾ, ਕਿ ਇਹਨਾਂ ਨੂੰ ਖੜੀ ਛੱਡ ਕੇ ਕੋਈ ਚੌਥਾ ਜਿਹੜਾ ਹੈਗਾ ਉਹ ਕੱਛੂ ਕੁੰਮੇ ਵਾਂਗੂ ਲੰਘ ਕੇ ਕੋਈ ਨਵੀਆਂ ਚੀਜ਼ਾਂ ਅੱਗੇ ਆ ਜਾਣਗੀਆਂ। ਇਹ ਪੰਜਾਬੀ ਸਭ ਤੋਂ ਔਖੀ 22 ਦੀ ਇਲੈਕਸ਼ਨ ਹੋਣੀ ਆ। ਜਿੰਨਾ ਸਿਆਣਾ ਵੋਟਰ ਹੋਣਾ ਪੰਜਾਬ ਦੇ ਲੋਕ ਰਾਜਨੀਤਿਕ ਤੋਂ ਹੁਣ ਚੇਤਨ ਹੋਏ ਆ, ਉਹਦੇ 'ਚ ਮੀਡੀਆ ਦਾ ਬਹੁਤ ਵੱਡਾ ਰੋਲ ਆ, ਇਸ ਸੰਘਰਸ਼ ਦਾ ਬੜਾ ਵੱਡਾ ਰੋਲ ਆ। ਕਰੋਨਾ ਦੌਰ ਵੇਲੇ ਵੀ ਜਿਹੜੀਆਂ ਸਮਾਜ ਸੇਵੀ ਸੰਸਥਾ ਆਈਆਂ, ਉਹਨਾਂ ਦਾ ਵੀ ਬਹੁਤ ਵੱਡਾ ਰੋਲ ਆ। ਤਾਂ ਇਹ ਲੋਕਾਂ 'ਚ ਐਤਕੀ ਪਹਿਲੀ ਵਾਰੀ ਆ ਕਿ ਲੋਕ ਦੱਸ ਹੀ ਨਹੀਂ ਰਹੇ ਕਿ ਵੋਟ ਕਿਹਨੂੰ ਪਾਉਣੀ ਆ ਅਤੇ ਕੀ ਹੋਊਗਾ। ਇਸ ਲਈ ਜਿਹੜਾ ਪੰਜਾਬੀਆਂ ਦਾ ਭਰੋਸਾ ਅਤੇ ਵਿਸ਼ਵਾਸ ਜਿੱਤ ਜੂਗਾ, ਉਹ ਮੈਂ ਸਮਝਦਾ ਲੋਕ ਇਹਦੇ ਮਗਰ ਤੁਰ ਜਾਣਗੇ। ਬਹੁਤੀਆਂ ਪਾਰਟੀਆਂ ਦੇ ਲੀਡਰਾਂ ਨੇ ਭਰੋਸਾ ਅਤੇ ਵਿਸ਼ਵਾਸ ਗਵਾ ਲਿਆ, ਸ਼ਾਇਦ ਉਹਨਾਂ ਮਗਰ ਪੰਜਾਬੀ ਨਾ ਜਾਣ। ਜੀ, ਤੁਸੀਂ ਸੁਣਿਆ ਕਿ ਸਿੱਧਮਨ ਸਾਹਿਬ ਨੇ ਥੋੜ੍ਹੇ ਸਮੇਂ 'ਚ ਪੂਰੀ ਪੰਜਾਬ ਦੀ ਜਿਹੜੀ ਸਿਆਸਤ ਹੈ ਜਾਂ ਰਾਜਨੀਤਿਕ ਪਾਰਟੀਆਂ ਦੇ ਕੀ ਹਾਲਾਤ ਨੇ, ਉਹਦਾ ਸਰਵੇਖਣ ਕਰ ਦਿੱਤਾ ਹੈ। ਅਸੀਂ ਇਹਨਾਂ ਨਾਲ ਭਵਿੱਖ 'ਚ ਵੀ ਗੱਲਬਾਤ ਕਰਦੇ ਰਹਾਂਗੇ। ਧੰਨਵਾਦ। ਮੈਂ ਜੋਗਿੰਦਰ ਸਿੰਘ, ਕੈਮਰਾਮੈਨ ਅਸ਼ੋਕ ਸੰਘ ਨਾਲ। ਆ ਲੈ, ਚੂਰੀ ਬੰਨ੍ਹ ਦਿੱਤੀ ਹੈ। ਗਰਮ ਗਰਮ ਰੋਟੀ ਤੇ ਦਾਲ ਲਈ ਬੰਤੇ ਨੂੰ ਦੁਪਹਿਰੇ ਘਰ ਭੇਜ ਦੇਵੀਂ। ਤੇ ਬੇਬੇ ਮੇਰੀ ਰੋਟੀ ਆ ਪਈ ਹੈ ਮੰਜੇ ਤੇ। ਠੀਕ ਹੈ। ਤੰਤੋ ਹਾਂ, ਰੱਬ ਸਦਾ ਸਲਾਮਤ ਰੱਖੇ ਬਾਦਲ ਨੂੰ। ਸਸਤਾ ਆਟਾ ਤੇ ਦਾਲ ਦਵਾ ਕੇ ਸਾਨੂੰ ਗਰੀਬਾਂ ਨੂੰ 2 ਜੂਨ ਦੀ ਰੋਟੀ ਪੱਕੀ ਕਰ ਦਿੱਤੀ। ਆਟਾ ਦਾਲ ਸਕੀਮ ਨਾਲ ਅਸੀਂ ਭੁੱਖੇ ਨਹੀਂ ਸੋਏ ਕਦੇ। ਐਤਕੀ ਵੋਟ ਬਾਦਲ ਨੂੰ ਹੀ ਪਾਉਣੀ ਹੈ, ਗਲਤੀ ਨਾ ਕਰੀ ਇਸ ਵਾਰ। ਵੋਟ ਪਾਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ।